ਅੱਜ ਆਪਾਂ ਇਸ ਲੈਕਚਰ ਦੇ ਵਿੱਚ ਕਾਲ ਭਾਵ ਟਾਈਮ ਭਾਵ ਸਮੇਂ ਦੀ ਗੱਲ ਕਰਾਂਗੇ। ਆਪਾਂ ਕਾਲ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ, ਕਿਉਂਕਿ ਸਾਡਾ ਜਿਹੜਾ ਮੁੱਖ ਮੰਤਵ ਮਾਤ ਭਾਸ਼ਾ ਦਾ ਪ੍ਰਚਾਰ ਕਰਨਾ ਹੈ ਅਤੇ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਜਿਹੜੇ ਪ੍ਰੇਮੀ ਨੇ ਉਹਨਾਂ ਨੂੰ ਮਾਤ ਭਾਸ਼ਾ ਦਾ ਗਿਆਨ ਦੇਣਾ ਹੈ। ਕਿਉਂਕਿ ਇੱਕ ਮਾਧਿਅਮ ਹੀ ਅਜਿਹਾ ਹੁੰਦਾ, ਇੱਕ ਸਾਧਨ ਅਜਿਹਾ ਹੁੰਦਾ ਜਿਸ ਰਾਹੀਂ ਅਸੀਂ ਆਪਣੇ ਮਨ ਦੀ ਗੱਲ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ। ਇੱਕ ਭਾਸ਼ਾ ਹੀ ਹੈ। ਵਿਆਕਰਨ ਦੇ ਵਿੱਚ ਵੱਖਰੇ ਵੱਖਰੇ ਭਾਗਾਂ ਦੁਆਰਾ ਜਿਹੜੀ ਭਾਸ਼ਾ ਨੂੰ ਸਿਖਾਇਆ ਜਾਂਦਾ ਹੈ, ਕਿਉਂਕਿ ਪੰਜਾਬ ਦੀ ਇੱਕ ਅਜਿਹੀ ਧਰਤੀ ਹੈ ਜਿਸ ਦੇ ਉੱਤੇ ਹਰ ਪ੍ਰਾਂਤ ਦੇ ਲੋਕ ਵੱਸਦੇ ਹਨ। ਜੇ ਮੈਂ ਖਾਸ ਤੌਰ 'ਤੇ ਲੁਧਿਆਣੇ ਦੀ ਗੱਲ ਕਰਾਂ, ਲੁਧਿਆਣਾ ਇੱਕ ਸਨਅਤੀ ਉਦਯੋਗਿਕ ਸ਼ਹਿਰ ਹੋਣ ਕਾਰਨ ਇੱਥੇ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਲੋਕ ਆ ਕੇ ਰਹਿ ਰਹੇ ਹਨ। ਉਹਨਾਂ ਦੀ ਬੇਸਿਕ ਜਿਹੜੀ ਟੋਨ ਹੈ ਹਿੰਦੀ ਹੈ, ਪਰ ਜਦੋਂ ਪੰਜਾਬ ਵਿੱਚ ਆਉਂਦੇ ਹਨ ਉਹਨਾਂ ਨੂੰ ਪੰਜਾਬੀ ਨੂੰ ਪੜ੍ਹਨ ਲੱਗਿਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਜਿਹੜਾ ਸਾਡਾ ਇਹ ਚੈਨਲ ਹੈ, ਇਹ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਤੱਕ ਵਿਆਕਰਨ ਦੇ ਵੱਖਰੇ ਵੱਖਰੇ ਭਾਗਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਨੂੰ ਤੁਸੀਂ ਪੜ੍ਹ ਕੇ ਪੰਜਾਬੀ ਭਾਸ਼ਾ ਨੂੰ ਬਾਖੂਬੀ ਨਾਲ ਲਿਖ ਸਕੋ ਅਤੇ ਬੋਲ ਸਕੋ। ਕਿਉਂਕਿ ਪੰਜਾਬੀ ਭਾਸ਼ਾ ਨੂੰ ਲਿਖਣਾ ਅਤੇ ਉਸ ਨੂੰ ਬੋਲਣ ਲਈ ਵਿਆਕਰਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਵਿਆਕਰਨ ਹੀ ਹੈ ਜਿਸ ਦੇ ਮਾਧਿਅਮ ਰਾਹੀਂ ਅਸੀਂ ਕੋਈ ਨਾ ਕੋਈ ਭਾਸ਼ਾ ਜਿਹੜੀ ਸ਼ੁੱਧ ਰੂਪ ਵਿੱਚ ਬੋਲਣਾ ਅਤੇ ਸ਼ੁੱਧ ਵਿੱਚ ਲਿਖਣਾ ਸਿੱਖਦੇ ਹਾਂ। ਸੋ ਮੈਂ ਫਿਰ ਸਾਡਾ ਜਿਹੜਾ ਮੇਨ ਮੰਤਵ ਹੈ ਉਸ ਮੰਤਵ ਵੱਲੋਂ ਲੈ ਕੇ ਚੱਲ ਰਿਹਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਦੂਜਿਆਂ ਨੂੰ ਤੁਸੀਂ ਆਪਣਾ ਜਿਹੜਾ ਮਾਤ ਭਾਸ਼ਾ ਦਾ ਗਿਆਨ ਦੇਣ ਲਈ ਆਪਣਾ ਉਤਸ਼ਾਹਿਤ ਕਰਨਾ ਹੈ। ਸੋ ਆਪਣਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਵਿਸ਼ਾ ਹੈਗਾ ਕਾਲ, ਜਿਸ ਨੂੰ ਅਸੀਂ ਸਮਾਂ ਕਹਿੰਦੇ ਹਾਂ, ਜਿਸ ਨੂੰ ਇੰਗਲਿਸ਼ ਅਸੀਂ ਟਾਈਮ ਕਹਿੰਦੇ ਹਾਂ। ਕੋਈ ਵੀ ਕੰਮ ਹੈ ਉਹ ਬਗੈਰ ਟਾਈਮ ਤੋਂ ਨਹੀਂ ਹੁੰਦਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਟਾਈਮ ਨਿਸ਼ਚਿਤ ਹੁੰਦਾ ਹੈ ਕਿ ਅਸੀਂ ਜਿਹੜਾ ਕੰਮ ਕਿਸ ਟਾਈਮ 'ਚ ਕਰਨਾ ਹੈ, ਕਿਸ ਸਮੇਂ 'ਚ ਕਰਨਾ ਹੈ। ਜਦੋਂ ਕੋਈ ਬੰਦਾ ਸਾਨੂੰ ਆ ਕੇ ਕੋਈ ਗੱਲ ਦੱਸਦਾ ਹੈ ਤਾਂ ਅਸੀਂ ਸਮਝ ਜਾਂਦੇ ਹਾਂ ਕਿ ਜਿਹੜਾ ਵਿਅਕਤੀ ਹੈ ਕਿਸ ਸਮੇਂ ਦੀ ਗੱਲ ਕਰਦਾ ਹੈ। ਕਿਉਂਕਿ ਐਗਜ਼ਾਮਪਲ ਉਦਾਹਰਨ ਹੈ, ਮੋਹਨ ਜਾਂਦਾ ਹੈ। ਹੁਣ ਮੋਹਨ ਜਾਂਦਾ ਹੈ, ਮੈਨੂੰ ਕਿਸੇ ਨੇ ਆ ਕੇ ਦੱਸਿਆ ਕਿ ਮੋਹਨ ਜਾਂਦਾ ਹੈ, ਪਰ ਮੋਹਨ ਇੱਥੇ ਪ੍ਰੈਜ਼ੈਂਟ ਨਹੀਂ ਸੀ, ਹਾਜ਼ਰ ਨਹੀਂ ਸੀ, ਪਰ ਮੈਨੂੰ ਉਹਦੀ ਗੱਲ ਤੋਂ ਪਤਾ ਲੱਗ ਗਿਆ ਕਿ ਮੋਹਨ ਜਾਂਦਾ ਹੈ, ਜਾ ਰਿਹਾ ਭਾਈ, ਉਹ ਵਰਤਮਾਨ ਕੰਮ 'ਚ ਜਾ ਰਿਹਾ ਹੈ। ਤਾਂ ਅਸੀਂ ਉਹਨੂੰ ਕਹਿੰਦੇ ਹਾਂ ਸਮੇਂ ਦੀ ਗੱਲ ਆ ਗਈ, ਸਮੇਂ ਦਾ ਸੰਦਰਭ ਆ ਗਿਆ। ਗੀਤ ਗਾਉਂਦੀ ਸੀ। ਹੁਣ ਜਦੋਂ ਮੈਂ ਪੁੱਛਿਆ ਵੀ ਹਾਂ ਗੀਤਾ ਕੀ ਕਰ ਰਹੀ ਹੈ, ਤਾਂ ਉਸ ਬੰਦੇ ਨੇ ਆ ਕੇ ਮੈਨੂੰ ਇਹ ਗੱਲ ਕਹੀ ਕਿ ਸਰ ਗੀਤਾ ਗੀਤ ਗਾਉਂਦੀ ਸੀ, ਮੈਨੂੰ ਹੁਣ ਨਹੀਂ ਪਤਾ। ਜਦੋਂ ਪਰ ਉਹਦੀ ਗੱਲ ਤੋਂ ਪਤਾ ਲੱਗਿਆ, ਮੈਨੂੰ ਕਾਲ ਤੋਂ, ਉਹਦੇ ਬਾਪ ਤੋਂ ਮੈਨੂੰ ਪਤਾ ਲੱਗਿਆ ਕਿ ਗੀਤਾ ਕੰਮ ਕਰ ਚੁੱਕੀ ਸੀ। ਹੁਣ ਫਿਰ ਮੈਂ ਪੁੱਛਿਆ ਹਾਂ ਵੀ ਸੋਹਣ ਕਿੱਥੇ ਹੈ, ਤਾਂ ਜਦੋਂ ਮੂਹਰਲੇ ਬੰਦੇ ਨੇ ਮੈਨੂੰ ਕਿਹਾ ਸੋਹਣ ਸਰ ਕੱਲ੍ਹ ਨੂੰ ਆਵੇਗਾ। ਕਿਉਂਕਿ ਜਦੋਂ ਦੋ ਬੰਦਿਆਂ ਦੀ ਆਪਸੀ ਵਾਰਤਾਲਾਪ ਹੁੰਦੀ ਹੈ, ਉਹ ਵਾਰਤਾਲਾਪ ਸਮੇਂ 'ਚ ਰਹਿ ਕੇ ਹੁੰਦੀ ਹੈ, ਉਹ ਵਾਰਤਾਲਾਪ ਟਾਈਮ 'ਚ ਰਹਿ ਕੇ ਹੁੰਦੀ ਹੈ, ਕਿਉਂਕਿ ਹਰ ਇੱਕ ਵਾਕ ਦੇ ਵਿੱਚ ਸਮਾਂ ਬੋਲਦਾ ਹੈ। ਸੋ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਸਮਾਂ ਹੁਣ ਅਸੀਂ ਕਾਲ ਕਹਿੰਦੇ ਹਾਂ। ਸਮੇਂ ਅਨੁਸਾਰ ਬਦਲ, ਕਿਸੇ ਚੀਜ਼ ਦਾ ਬਦਲ ਕੀ ਹੈ, ਟਾਈਮ ਦੇ ਅਨੁਸਾਰ ਬਦਲ ਹੈ। ਆਪਾਂ ਕਿਸੇ ਨੂੰ ਕਹਿੰਦੇ ਹਾਂ ਤੂੰ ਇਹ ਕਰ ਲੈ, ਨਹੀਂ ਸਰ ਕੋਈ ਗੱਲ ਨਹੀਂ, ਮੈਂ ਅੱਜ ਕਰਨਾ, ਮੈਂ ਕੱਲ੍ਹ ਕਰਾਂਗਾ। ਉਹਨੇ ਗੱਲ ਕਹਿੰਦੀ ਹੈ ਸਰ ਮੈਂ ਅੱਜ ਕੀਤਾ ਕੱਲ੍ਹ ਕਰਾਂਗਾ, ਤਾਂ ਸਮੇਂ ਦਾ ਬਦਲ ਹੈ। ਅੱਜ ਇੱਥੇ ਕੰਮ ਹੋ ਗਿਆ ਸਰ, ਸੌਰੀ ਮੈਂ ਮਾਫੀ ਮੰਗਦਾ, ਕੱਲ੍ਹ ਕਰਾਂਗਾ। ਸੋ ਇਹ ਕਿਰਿਆ ਜਿਹੜੀ ਰੂਪ ਧਾਰਨ ਕਰਦੀ ਹੈ ਕਿਰਿਆ ਦਾ, ਉਸ ਨੂੰ ਕਾਲ ਕਹਿੰਦੇ, ਕਿਉਂਕਿ ਹਰ ਕੰਮ ਦੇ ਵਿੱਚ ਕਿਰਿਆ ਦਾ ਹੋਣਾ ਜ਼ਰੂਰੀ ਹੈ। ਪੰਜਾਬੀ ਭਾਸ਼ਾ ਸਿੱਖਦੇ ਹਾਂ, ਵਾਕ ਹੈਗਾ, ਵਾਕ ਬਣਦਾ, ਵਾਕ ਦੇ ਵਿੱਚ ਜਦ ਤੱਕ ਕਿਰਿਆ ਨਹੀਂ ਹੈਗੀ ਤਦ ਤੱਕ ਵਾਕ ਉਹ ਪੂਰਨ ਨਹੀਂ ਹੈਗਾ। ਵਾਕ ਕਰਮ ਪੱਖੋਂ ਦੂਰੀ ਹੋ ਸਕਦੀ ਹੈ, ਕਰਮ ਦਾ ਹੋਣਾ ਜ਼ਰੂਰੀ ਨਹੀਂ, ਪਰ ਕਿਰਿਆ ਦਾ ਹੋਣਾ ਬਹੁਤ ਜ਼ਰੂਰੀ। ਜਿਵੇਂ ਮੈਂ ਐਗਜ਼ਾਮਪਲ ਦੇ ਰਿਹਾ ਕਿ ਗੀਤਾ ਖਾਂਦੀ ਹੈ, ਹੁਣ ਇਹਦੇ ਵਿੱਚ ਗੀਤਾ ਖਾਂਦੀ ਹੈ, ਖਾਣਾ ਜਿਹੜਾ ਕੰਮ ਉਹਦਾ ਕਿਰਿਆ ਦਾ ਹੈ।
पर की खांदी है ਉਹਦਾ कर्म है, पर बगैर कर्म तो बात पूरा भी गीता खांदी है। गीता खांदी है मीनस वो वर्तमान काल की गल कर, गीता खांदी सी वो भूतकाल की गल कर रहा, गीता खावेगी वो भविष्यकाल की गल कर रहा, क्योंकि एक सेंटेंस ही ने, एक वाक ही ने जिन्हों के माध्यम राही असी काल नूं जाणदे। कोई भी काम है बिना काल तो पूरा नहीं होता। हुण पहली सी कि जिहड़ी साडीआं काल दीआं तीन किस्मां होंदियां ने, पहली किस्म भूतकाल, दूजी किस्म वर्तमान काल और तीजी किस्म भविष्य काल। हुण तुसीं भूतकाल, भूत का मतलब पास्ट कहते हैं, वर्तमान का मतलब प्रेजेंट कहते हैं, ਉਹਦਾ ਭਵਿੱਖ ਦਾ मतलब फ्यूचर कहते हैं। ਹੁਣ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ ਕਿ ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਬਾਰੇ ਗੱਲ ਕਰਦੀ ਹੈ ਉਸ ਨੂੰ ਅਸੀਂ ਭੂਤਕਾਲ ਕਹਿ ਦਿੰਦੇ ਹਾਂ, ਔਰ ਹੁਣ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ, ਅਸੀਂ ਇੰਗਲਿਸ਼ ਦੇ ਅੰਦਰ ਕਹਿੰਦੇ ਹਾਂ ਉਹ ਜਿਹੜਾ ਸਾਡਾ ਹੈਗਾ ਪਾਸਟ ਟੈਂਸ ਹੈ। ਸੋ ਜਿਵੇਂ ਉਦਾਹਰਨ ਹੈ, ਰੀਟਾ ਨੇ ਪਾਠ ਪੜ੍ਹਿਆ, ਜਾਦੂਗਰ ਨੇ ਜਾਦੂ ਦਿਖਾਇਆ, ਸੋਹਣ ਨੇ ਗੀਤ ਗਾਇਆ, ਮੋਹਨ ਸਕੂਲ ਜਾਂਦਾ ਸੀ। ਇਹ ਜਿਹੜੇ ਵਾਕ ਨੇ, ਇਹਨਾਂ ਵਾਕਾਂ ਦੇ ਵਿੱਚ ਜਦੋਂ ਤੁਸੀਂ ਇਕੱਲੇ ਇਕੱਲੇ ਵਾਕ ਨੂੰ ਪੜ੍ਹ ਕੇ ਵੇਖਦੇ ਹੋ ਤਾਂ ਤੁਹਾਨੂੰ ਇਹਨਾਂ ਦੇ ਅੰਦਰੋਂ ਬੀਤ ਗਏ ਸਮੇਂ ਦੀ ਗੱਲ ਨਜ਼ਰ ਆਏਗੀ, ਭੂਤਕਾਲ ਸਮੇਂ ਦੀ ਗੱਲ ਨਜ਼ਰ ਆਏਗੀ। ਜਿਵੇਂ ਰੀਟਾ ਨੇ ਪਾਠ ਪੜ੍ਹਿਆ, ਭਾਵ ਉਹਨੇ ਜੋ ਪਾਠ ਪੜ੍ਹਨਾ ਸੀ ਪੜ੍ਹ ਚੁੱਕੀ ਹੈ, ਜਾਦੂਗਰ ਨੇ ਜੋ ਜਾਦੂ ਦਿਖਾਉਣਾ ਸੀ ਦਿਖਾ ਚੁੱਕਿਆ ਹੈ, ਮੋਹਨ ਸਕੂਲ ਜਾ ਚੁੱਕਿਆ ਸੀ, ਭਾਵ ਜਿਹਦੇ ਵਿੱਚ ਸਾਡੇ ਪਾਸ ਦੀ ਗੱਲ ਆ ਜਾਂਦੀ ਹੈ ਉਹਨੂੰ ਅਸੀਂ ਭੂਤਕਾਲ ਕਹਿੰਦੇ। दूजा आ गया वर्तमान काल, बाग विच किरिया मौजूदा भाव चल रहे समय का ज्ञान कराता है, उसमें से वर्तमान काल कहते हैं। वही पहले का आ गया कि गीता पाठ पढ़ती है, जादूगर जादू दिखाता है, सोहन गीत गाता है, मोहन चाह पींदा है, गीता स्कूल जाती है। ये जोड़े सारे वाकों जो तुम पढ़ते हो, कले कले वाक में पढ़ के देखते हो, ये अंदर थोड़ा जो पिछे है का मतलब है वो वर्तमान काल को शो करता है, वर्तमान काल को रिप्रजेंट करता है, प्रेजेंट टेंस को रिप्रजेंट करता है। इसी प्रकार वाक जिहड़ी क्रिया आने वाले समय अर्थात भविष्य का ज्ञान करावे उसनूं कहते हैं भविष्य काल, उसनूं कहते हैं फ्यूचर टेंस। जिवें रीटा पाठ पढ़ेगी, जादूगर जादू दिखाएगा, मोहन स्कूल जाएगा, गीता खाना खाएगी, रमेश पढ़ेगा। जो इदां दे वाकां नूं तुसीं गा की गल करदे हो, गा दे विच गा दा मतलब की है कि भविष्य का होना। कल मींह आवेगा, सानूं पता तो नहीं, पक्का तो नहीं कह सकते भी आऊगा, असीं भविष्य जिस दे विच भविष्य का पता लगे, जिस क्रिया विच आने वाले समय का ज्ञान होवे उसनूं उसनूं भविष्य काल कह दिंदे ने। हुण जे आपां मैं इहनूं थोड़ा जिहा होर के करिए कि टाइम है जिहड़ा कई गल्लां सानूं गल्लां करदे करदे समय का पता नहीं लगता कि वो काम हो रहा है, हो चुकिया, होना है, कदों हो रहा है। जो इहो जिहियां गल्लां असीं करदे हां तां इंग्लिश दे विच प्रेजेंट टेंस, पास्ट टेंस, फ्यूचर टेंस इन्हां दीयां चार चार किस्मां बन जांदियां। हुण प्रेजेंट इंडेफिनिट टेंस है। हुण जो प्रेजेंट इंडेफिनिट टेंस की गल करा, इंडेफिनिट का मतलब हुंदा हैगा कि गल का ज्ञान ना होना, गल का पता ना लगना। काम होना है, प्रेजेंट काम वर्तमान काल काम हो रहा है, पर काम का कंप्लीट नहीं पता लग रहा भी काम हो रहा कि नहीं हो रहा। जिवें एग्जाम्पल है कि रीटा पाठ पढ़ती है, ये प्रेजेंट का इंडेफिनिट टेंस है क्योंकि पढ़ती है। हुण ये नहीं सानूं पता लग रहा कि वो पाठ पढ़ती हैगी भी है कि नहीं हैगी। इनडेफिनिट तुसीं आम तौर पर रेलवे स्टेशन पर जाते हो, उत्थे कई बार मोड़ के उत्ते लिखा होंदा ट्रेन इंडेफिनिटली। इंडेफिनिट डेट का मतलब की है, पता नहीं भी कदों आना, मतलब मीनिंग यही गल इत्थे कि प्रेजेंट दे विच गल यही कर रहे हैं कि सानू काम का तो जरूर पता है कि वर्तमान काल हो रहा है, पर यह सानू क्लीयर नहीं हो रहा कि वो वाकई काम हो रहा है, हो चुका तो चल रहा है। इस तरह प्रेजेंट टेंस का कंटिन्यू आ जाता है जिस काम का रेगुलर होना, लगातार चलना, कंटिन्यू मीनस लगातार। हुण आ गया रीटा पाठ पढ़ रही है, मोहन खाना खा रहा है, सीता स्कूल जा रही है, रमेश किताब खरीद रहा है। तुसीं 5 सेंटेंसां तुसीं अपने माइंड विच देखो, ये तुहानूं काम जिहड़ा रेगुलर कंटिन्यू हुंदा दिख रहा। इसदा मतलब की है कि वर्तमान समय दे विच लगातार काम का होना, इहनूं असीं इंग्लिश कह दिंदे आ प्रेजेंट कंटिन्यू। हुण इसी तरह जिहड़ा अगला है
ਅਗਲੇ ਟੈਂਸ ਦੇ ਵਿੱਚ ਕਿ ਕੰਮ ਕੰਪਲੀਟ ਹੋ ਚੁੱਕਿਆ ਵਰਤਮਾਨ ਸਮੇਂ 'ਚ। ਜਿਵੇਂ ਰੀਟਾ ਪਾਠ ਪੜ੍ਹ ਚੁੱਕੀ ਹੈ, ਜਾਦੂਗਰ ਜਾਦੂ ਦਿਖਾ ਚੁੱਕਾ ਹੈ, ਰਮੇਸ਼ ਖਾਣਾ ਖਾ चुका है, रीटा बाजार जा चुकी है। पर जिहड़ा काम है ਇਹਦੇ ਵਿੱਚ ਕੰਪਲੀਟ ਹੋ ਚੁੱਕਿਆ, ਜਿੱਥੇ ਜਿਹੜੇ ਕੰਮ ਕਰਨਾ ਸੀ ਉਹ ਕੰਮ ਕੰਪਲੀਟ ਕਰ ਚੁੱਕੇ। ਇਹ ਵਰਤਮਾਨ ਦਾ ਕੰਮ ਲਗਾਤਾਰ ਸਮਾਪਤ ਹੋਣਾ, ਉਹਨੂੰ ਇੰਗਲਿਸ਼ ਕਹਿੰਦੇ ਨੇ ਅਸੀਂ ਪ੍ਰੈਜ਼ੈਂਟ ਪਰਫੈਕਟ ਟੈਂਸ। ਹੁਣ ਕਿੰਨੇ ਸਮੇਂ ਤੋਂ ਕੰਮ ਹੋ ਰਿਹਾ ਵਰਤਮਾਨ ਸਮੇਂ 'ਚ? ਕੋਈ ਹੁਣ ਮੈਂ ਲੈਕਚਰ ਦੇ ਰਿਹਾ, ਅਗਲਾ ਦੇ ਸਰ 2 ਘੰਟੇ ਤੋਂ ਪੜ੍ਹਾ ਰਹੇ ਨੇ, सोहन 2 घंटे तो बाजार गया है। जो किसी बात के सानू समय का पता लगता है किन्ने समय तो काम हो रहा है, उन्होंने कह देंगे ने वर्तमान का कंटीन्यू टाइम समय काम होना, ये अन्य समय तो काम कर। हूँ जब इन्हों की आप दोनों नाल कंपैरिजन करिए, उधरों पास्ट नाल गल करिए, भूतकाल नाल गल करिए, तो उधरों भविख नाल गल करिए, फ्यूचर नाल गल करिए, उत्थे भी सेंटेंस इदां ही बोले जाते, क्योंकि पास्ट का भी इंडेफिनिट है, फ्यूचर का भी इंडेफिनिट है, पास्ट का भी कंटीन्यू है और फ्यूचर का भी कंटीन्यू है। पास्ट का भी परफेक्ट है तो फ्यूचर का भी परफेक्ट है, पास्ट का भी परफेक्ट कंटीन्यू है तो फ्यूचर का परफेक्ट कंटीन्यू है। हूँ जो पंजाबी च गल करते हैं व्याकरण की, तो भूतकाल का भी इंडेफिनिट है, तो उसका भविष्यकाल का भी इंडेफिनिट है, और भूतकाल का भी लगातार चलना है और उधर भविष्यकाल का भी लगातार चलना। भूतकाल भी काम का कंप्लीट होना है, उधर भविष्यकाल भी काम का कंप्लीट होना है, और इधर भूतकाल भी टाइम तो काम का कंप्लीट होना है, उधर भविष्यकाल भी संभावना है किन्ने समय तो ये काम हो सकता है। हूँ एक बात मैं जे लवां तो देखो रीटा पढ़ती है, हूँ जो मैं भूतकाल च जाना, रीटा पढ़ती सी, रीटा पढ़ रही सी, रीटा पढ़ चुकी सी, रीटा 2 घंटे तो पढ़ती सी। तुसीं कोई होर बात ले लो, मोहन खाना खांदा सी, मोहन खाना खा रहा सी, मोहन खाना खा चुका सी, मोहन खाना 2 घंटे तो खा रहा सी। गीता स्कूल जाती सी, गीता स्कूल जा रही है सी, गीता स्कूल जा चुकी सी, 2 घंटे तो गीता स्कूल जा चुकी सी। आज ये 4 टाइम के एक गल में असीं 4 समय के संदर्भ में वेख सकते हैं, एक बात को असीं 4 ताल के वेख सकते हैं, क्योंकि जो असीं किसी थां पर बैठे हाँ, उस थां पर बैठ के जिहड़ी असीं आपसी वार्तालाप करते हैं, वो वार्तालाप समय अनुसार होगी। एग्जाम्पल है, मैं अपने विद्यार्थी को पूछिया कि सोहन कित्थे है, तो विद्यार्थी का जरा जवाब है, जे तो वर्तमान की गल कर रहा है तो मुझे कहता है कि सोहन पढ़ रहा है, सर सोहन पढ़ रहा है, और वो वर्तमान की गल कर रहे हैं कि सोहन सर इत्थे ही है, वो पढ़ रहा है। जे मौजूदा सोहन इत्थे नहीं है तो कह सकते सर सोहन घर जा चुका से, तो सर सोहन घर जा चुके, मैं इत्थे नहीं है सर जा चुका, भूत की गल की, या फिर कहेगा सर सोहन आने वाला है, इनू भविष्य की गल करेगा। सो ਵੱਖਰੇ ਵੱਖਰੇ ਵਾਕਾਂ नहीं, जो असीं वाकां का अध्ययन करदियां समय विच रह के तो सानू काल का पता लगता है भी कोई जिहड़ा काम है किस काल विच। सो असीं एक लेख ले लेने हाँ, मान लो तुहानूं कोई लेख आ गया, राजीव गांधी का लेख तुसीं लिखना है, तो तुसीं उहदे अंदर भूतकाल नूं मुख च रख के भविष्य काल बारे गल करोगे कि जो उन्हें भविष्य काल दे विच जो योजनावां बनाईयां सी उन्हां दी गल करोगे। पर राजीव गांधी साडे प्रधानमंत्री इस समय देश विच नहीं है। इन्हां विच की है, जो तुसीं सेंटेंस नूं लैके जो तुहानूं काल का ज्ञान होऊगा, समय का ज्ञान होऊगा, तो तुसीं ऐसे जिहड़ा बहुत वधिया ढंग नाल लिख सकोगे। तुहानूं पता लगेगा कि कित्थे मैं सी लाउणा है और कित्थे मैं है लाउणा है और कित्थे मैं गा लाउणा है। जो सानू इन्हां चीज़ों का पूर्ण रूप च ज्ञान हो गया तो असीं बहुत ही वधिया ढंग नाल ऐसे, बहुत ही वधिया ढंग नाल पत्र, बहुत ही वधिया ढंग नाल विनय पत्र या होर भी वार्तालाप असीं कर सकते। सो सानू बहुत जरूरी है कि काल का ज्ञान होना, सानू समय का ज्ञान होना। सो समा की है, मैं मुड़ के रिपीट कर लगी हाँ कि समा समय का बदल है। जे क्रिया जे रूप धारण करती है
ਕਿਰਿਆ ਦਾ ਕਾਲ ਬਣ ਜਾਂਦੀ ਹੈ। ਹੁਣ ਕਾਲ ਕਿਹਾ ਜਾਂਦਾ ਹੈ, ਕਾਲ ਸਾਡਾ 3 ਪ੍ਰਕਾਰ ਦਾ ਹੁੰਦਾ ਹੈ। ਸਮਾਂ ਵੈਸੇ ਹੁੰਦੀ 3 ਪ੍ਰਕਾਰ ਦਾ, ਜਾਂ ਬੀਤਿਆ ਹੋਇਆ ਸਮਾਂ, ਜਾਂ ਚੱਲ ਰਿਹਾ ਸਮਾਂ, ਜਾਂ ਆਉਣ ਵਾਲਾ ਸਮਾਂ। ਬੀਤੇ ਹੋਏ ਸਮੇਂ ਨੂੰ ਭੂਤ ਕਾਲ ਕਹਿ ਦਿੰਦੇ ਆ, ਚੱਲ ਰਹੇ ਸਮੇਂ ਨੂੰ ਵਰਤਮਾਨ ਕਾਲ ਕਹਿ ਦਿੰਦੇ ਆ, ਆਉਣ ਵਾਲੇ ਸਮੇਂ ਨੂੰ ਕਾਲ ਕਹਿ ਦਿੰਦੇ ਆ। ਤੁਸੀਂ ਇੱਕ ਨੋਟਬੁੱਕ ਲਓ, ਇੱਕ ਐਸੇ ਕੋਈ ਕਿਤਾਬ ਦੇ ਅੰਦਰੋਂ ਲੈ ਕੇ ਜਾਂ ਲੇਖ ਲੈ ਕੇ ਉਹਨੂੰ ਕਾਪੀ 'ਤੇ ਲਿਖੋ। ਕਾਪੀ 'ਤੇ ਪੈਰਾਗ੍ਰਾਫ ਨਹੀਂ ਲਿਖਣਾ ਤੁਸੀਂ ਲਾਈਨ ਵਾਈਜ਼ ਇੱਕ ਲਾਈਨ, ਇੱਕ ਸੈਂਟੈਂਸ, ਫਿਰ ਦੂਜਾ ਸੈਂਟੈਂਸ, ਫਿਰ ਤੀਜਾ ਸੈਂਟੈਂਸ, ਫਿਰ ਚੌਥਾ ਸੈਂਟੈਂਸ ਲਿਖਣਾ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਿਆ, ਸੋਹਣ ਮੇਰਾ ਮਿੱਤਰ ਹੈ, ਪਹਿਲਾ ਵਾਕ ਹੋ ਗਿਆ। ਉਸ ਦੀ ਉਮਰ 12 ਸਾਲ ਦੀ ਹੈ, ਦੂਜਾ ਵਾਕ ਹੋ ਗਿਆ। ਉਸ ਦੇ ਪਿਤਾ ਜੀ ਅਧਿਆਪਕ ਹਨ, ਤੀਜਾ ਵਾਕ ਹੋ ਗਿਆ। ਉਹਦੀ ਮਾਤਾ ਜੀ ਟੀਚਰ ਹਨ, ਚੌਥਾ ਵਾਕ। ਇਹ ਵਾਕ ਲਾਈਨਸ ਵਾਈਜ਼ ਕਰਨੇ ਹੈ। ਤੁਸੀਂ ਫਿਰ ਕਾਲ ਮੁੱਖ ਰੱਖ ਕੇ ਵਾਕਾਂ ਦੇ ਸਾਹਮਣੇ ਲਿਖਣਾ ਹੈ। ਸੋਹਣ ਮੇਰਾ ਮਿੱਤਰ ਹੈ, ਸਾਹਮਣੇ ਲਿਖਣਾ ਹੈ ਕਿ ਕਿਹੜਾ ਵਾਕ ਹੈ, ਇਹ ਵਰਤਮਾਨ ਵਾਕ ਹੈ, ਕਿਹੜਾ ਵਾਕ। ਜੋ ਤੁਸੀਂ ਇੱਦਾਂ ਲਿਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਰ ਵਾਕ ਦੇ ਵਿੱਚ ਸਮਾਂ ਬੋਲਦਾ, ਟਾਈਮ ਬੋਲਦਾ। ਸੋ ਮੈਂ ਆਪ ਜੀ ਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਕਾਲ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਆਪਣੇ ਇੱਕ ਕਿਤਾਬ ਲੈ ਕੇ ਉਹਨੂੰ ਕਾਪੀ 'ਤੇ ਨੋਟ ਕਰੋ। ਨੋਟ ਕਰਨ ਤੋਂ ਬਾਅਦ ਤੁਸੀਂ ਕਾਲ ਦੇ ਸੰਦਰਭ 'ਚ ਰੱਖ ਕੇ ਉਸ ਦੀਆਂ ਕਿਸਮਾਂ ਨਾਲ ਮਿਲਾਓ ਕਿ ਕਿਹੜਾ ਵਰਤਮਾਨ ਸੈਂਟੈਂਸ ਹੈ, ਕਿਹੜਾ ਭੂਤ ਸੈਂਟੈਂਸ ਹੈ ਅਤੇ ਕਿਹੜਾ ਭਵਿੱਖ ਸੈਂਟੈਂਸ ਹੈ। ਅਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ ਮੇਨ ਮੁੱਖ ਮੰਤਵ ਹੈਗਾ ਮਾਤ ਭਾਸ਼ਾ ਦਾ ਦੂਜਿਆਂ ਤੱਕ ਪਹੁੰਚਾਉਣ ਦਾ, ਉਹ ਪੂਰਾ ਹੋ ਸਕੇ। ਤੁਸੀਂ ਤਾਂ ਇਸ ਦਾ ਫਾਇਦਾ ਲੈ ਰਹੇ ਹੋ ਅਤੇ ਤੁਹਾਡੀ ਥਾਂ 'ਤੇ ਦੂਜੇ ਹੋਰ ਵਿਅਕਤੀ ਵੀ ਫਾਇਦਾ ਲੈ ਰਹੇ ਹੋ। ਧੰਨਵਾਦ।